ਸਤਿ ਸ਼੍ਰੀ ਅਕਾਲ ਪੰਜਾਬੀਓ। ਲੁਧਿਆਣਾ ਸ਼ਹਿਰ ਦੇ ਇੱਕ ਪਤੀ ਪਤਨੀ ਨੇ ਆਪਣੀ ਸਾਰੀ ਪ੍ਰਾਪਰਟੀ 40 ਲੱਖ ਦੀ ਵੇਚ ਵੱਟ ਕੇ ਅਮਰੀਕਾ ਡੋਂਕੀ ਲਗਾ ਕੇ ਜਾਣ ਦਾ ਫੈਸਲਾ ਕੀਤਾ। ਉਹਨਾਂ ਨੇ ਡੋਂਕੀ ਲਗਾਈ ਵੀ, ਪਰ ਰਸਤੇ ਦੇ ਵਿੱਚ ਉਸ ਪਤਨੀ ਦੇ ਨਾਲ ਜੋ ਕੁਝ ਡੋਂਕਰਾਂ ਨੇ ਕੀਤਾ, ਪਤੀ ਨੇ ਆਪਣੀ ਜ਼ੁਬਾਨ ਦੇ ਨਾਲ ਹੀ ਬਿਆਨ ਕੀਤਾ। ਇਹ ਸਭ ਸੁਣ ਕੇ ਰੋਂਗਟੇ ਖੜੇ ਹੋ ਗਏ। ਆਓ ਤੁਹਾਨੂੰ ਵੀ ਉਹਨਾਂ ਦੀ ਕਹਾਣੀ ਸੁਣਾਉਂਦੇ ਹਾਂ ਕਿ ਉਹਨਾਂ ਦੇ ਨਾਲ ਰਸਤੇ ਦੇ ਵਿੱਚ ਡੋਂਕਰਾਂ ਨੇ ਕੀ ਕੁਝ ਕੀਤਾ। ਲੁਧਿਆਣਾ ਸ਼ਹਿਰ ਦੇ ਇੱਕ ਪਤੀ ਪਤਨੀ ਨੇ ਆਪਣੀ ਸਾਰੀ ਪ੍ਰਾਪਰਟੀ ਜੋ 40 ਲੱਖ ਦੀ ਬਣਦੀ ਸੀ, ਉਸ ਨੂੰ ਵੇਚ ਵੱਟ ਕੇ 2 ਨੰਬਰ ਰਾਹੀਂ ਅਮਰੀਕਾ ਜਾਣ ਦਾ ਫੈਸਲਾ ਕੀਤਾ। ਉਹਨਾਂ ਨੇ ਇੱਕ ਏਜੰਟ ਦੇ ਨਾਲ ਵੀ ਮੁਲਾਕਾਤ ਕੀਤੀ। ਏਜੰਟ ਨੇ ਕਿਹਾ ਕਿ ਮੈਂ ਤੁਹਾਨੂੰ ਸਿੰਗਾਪੁਰ ਦੇ ਰਾਹੀਂ ਡੋਂਕੀ ਲਗਵਾ ਕੇ ਮੈਕਸੀਕੋ ਦਾ ਬਾਰਡਰ ਟੱਪਵਾ ਦੇਵਾਂਗਾ, ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਿੰਗਾਪੁਰ ਤੋਂ ਅੱਗੇ ਸਾਡੇ ਬੰਦੇ ਖੁਦ ਤੁਹਾਨੂੰ ਡੋਂਕੀ ਲਗਾ ਕੇ ਲੈ ਕੇ ਜਾਣਗੇ। ਉਹ ਪਤੀ ਪਤਨੀ ਇਸ ਗੱਲ ਨੂੰ ਮੰਨ ਗਏ ਤੇ ਉਹਨਾਂ ਨੇ ਆਪਣੀ ਸਾਰੀ ਪ੍ਰਾਪਰਟੀ ਵੇਚ ਦਿੱਤੀ। ਉਹਨਾਂ ਨੇ ਸੋਚਿਆ ਕਿ ਅਸੀਂ ਕਿਹੜਾ ਵਾਪਸ ਇੰਡੀਆ ਆਉਣਾ ਹੈ ਤੇ ਸਾਨੂੰ ਪ੍ਰਾਪਰਟੀ ਦੀ ਲੋੜ ਨਹੀਂ। ਉਹਨਾਂ ਨੇ ਸਾਰੀ ਪ੍ਰਾਪਰਟੀ ਵੇਚ ਵੱਟ ਕੇ ਸਾਰੇ ਪੈਸੇ ਏਜੰਟ ਨੂੰ ਦੇ ਦਿੱਤੇ ਤਾਂ ਕਿ ਉਹ ਅਮਰੀਕਾ ਪਹੁੰਚ ਸਕਣ। ਉਹਨਾਂ ਨੂੰ ਪੰਜਾਬ ਤੋਂ ਫਲਾਈਟ ਕਰਵਾ ਕੇ ਸਿੰਗਾਪੁਰ ਪਹੁੰਚਾਇਆ ਗਿਆ। ਸਿੰਗਾਪੁਰ ਉਹਨਾਂ ਨੂੰ 9 ਬੰਦੇ ਹੋਰ ਮਿਲੇ ਜਿਨ੍ਹਾਂ ਨੂੰ ਮੈਕਸੀਕੋ ਦਾ ਬਾਰਡਰ ਟਪਾ ਕੇ ਉਸ ਏਜੰਟ ਨੇ ਅਮਰੀਕਾ ਪਹੁੰਚਾਉਣਾ ਸੀ। 3-4 ਦਿਨ ਤੱਕ ਇਹਨਾਂ ਸਾਰਿਆਂ ਨੂੰ 11 ਬੰਦਿਆਂ ਨੂੰ, ਪਤੀ ਪਤਨੀ ਦੇ ਸਮੇਤ 11 ਬੰਦੇ ਬਣਦੇ ਸਨ, ਇਹਨਾਂ ਸਾਰਿਆਂ ਨੂੰ ਸਿੰਗਾਪੁਰ 3 ਦਿਨ ਤੱਕ ਰੱਖਿਆ ਗਿਆ ਤੇ ਉਸ ਤੋਂ ਬਾਅਦ ਸਿੰਗਾਪੁਰ ਤੋਂ ਬਾਅਦ ਇੱਕ ਦੇਸ਼ ਦਾ ਹੋਰ ਵੀਜ਼ਾ ਲਗਵਾਇਆ ਗਿਆ ਤੇ ਉਸ ਦੇਸ਼ ਤੋਂ ਬਾਅਦ ਜੰਗਲ ਦਾ ਰਸਤਾ ਤੈਅ ਕਰਨਾ ਸੀ, ਜਿਸ ਨੂੰ ਡੋਂਕਰਾਂ ਨੇ ਹੀ ਤੈਅ ਕਰਵਾਉਣਾ ਸੀ। ਇਹਨਾਂ 11 ਬੰਦਿਆਂ ਨੂੰ 5 ਡੋਂਕਰ ਪਾਰ ਕਰਵਾਉਣ ਵਾਸਤੇ ਆਏ ਅਤੇ ਉਹਨਾਂ ਸਾਰਿਆਂ ਨੇ ਜੰਗਲ ਦੇ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ। ਜਦੋਂ ਜੰਗਲ ਦੇ ਅੱਧੇ ਰਸਤੇ ਵਿੱਚ ਪਹੁੰਚੇ ਤਾਂ ਅੱਗੇ 5 ਹੋਰ ਡੋਂਕਰ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਬੰਦੂਕਾਂ ਸਨ, ਉਹ ਵੀ ਇਹਨਾਂ ਦੇ ਨਾਲ ਮਿਲ ਗਏ। ਹੁਣ 10 ਡੋਂਕਰ ਇਹਨਾਂ 11 ਬੰਦਿਆਂ ਨੂੰ ਜੰਗਲ ਪਾਰ ਕਰਵਾ ਰਹੇ ਸੀ। ਇਹਨਾਂ 11 ਜਾਣਿਆਂ ਦੇ ਦਿਲ ਦੇ ਵਿੱਚ ਬਹੁਤ ਸਹਿਮ ਪੈਦਾ ਹੋ ਗਿਆ ਕਿ ਇੰਨੇ ਡੋਂਕਰ ਸਾਰੇ ਇਕੱਠੇ ਕਿਉਂ ਹੋ ਗਏ ਹਨ ਅਤੇ ਇਹਨਾਂ ਦੇ ਹੱਥਾਂ ਦੇ ਵਿੱਚ ਬੰਦੂਕਾਂ ਵੀ ਹਨ, ਇਹ ਸਾਡੇ ਨਾਲ ਕੁਝ ਵੀ ਕਰ ਸਕਦੇ ਹਨ। ਪਤੀ ਪਤਨੀ ਦੇ ਵੀ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਕਿ ਸਾਡੇ ਨਾਲ ਕੋਈ ਪੁੱਠਾ ਕਾਰਾ ਹੀ ਨਾ ਹੋ ਜਾਵੇ। ਫਿਰ ਆਖਰ ਦੇ ਵਿੱਚ ਉਹੀ ਹੋਇਆ ਜਿਸ ਦਾ ਡਰ ਸੀ। 11 ਬੰਦਿਆਂ ਦੇ ਵਿੱਚੋਂ 5 ਡੋਂਕਰ ਜੋ ਬਾਅਦ ਵਿੱਚ ਮਿਲੇ ਸੀ, ਉਹਨਾਂ ਨੇ 5 ਜਾਣਿਆਂ ਨੇ ਉਸ ਪਤੀ ਪਤਨੀ ਨੂੰ ਅਲੱਗ ਰਸਤੇ ਤੋਂ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਕੋਈ ਕੁਝ ਬੋਲ ਵੀ ਨਹੀਂ ਸੀ ਸਕਦਾ ਕਿਉਂਕਿ ਉਹਨਾਂ ਦੇ ਹੱਥਾਂ ਵਿੱਚ ਬੰਦੂਕਾਂ ਸਨ ਤੇ ਉਹ ਗੋਲੀ ਮਾਰਨ ਦੀ ਧਮਕੀ ਵੀ ਦਿੰਦੇ ਸਨ। ਪਤੀ ਪਤਨੀ ਕਾਫੀ ਡਰ ਗਏ ਕਿ ਹੁਣ ਪਤਾ ਨਹੀਂ ਸਾਡੇ ਨਾਲ ਕੀ ਹੋਵੇਗਾ। ਉਹ ਜੰਗਲ ਦੇ ਵਿੱਚ ਤੁਰੇ ਜਾ ਰਹੇ ਸੀ ਤੇ ਆਖਿਰ ਡੋਂਕਰਾਂ ਨੇ ਆਪਣਾ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਪਤਨੀ ਨੂੰ ਗਲਤ ਤਰੀਕੇ ਦੇ ਨਾਲ ਹੱਥ ਲਾਉਣਾ ਸ਼ੁਰੂ ਕਰ ਦਿੱਤਾ। ਪਤੀ ਪਤਨੀ ਇਸ ਗੱਲ ਦਾ ਵਿਰੋਧ ਕਰਦੇ ਰਹੇ ਪਰ ਉਹਨਾਂ ਨੇ ਬੰਦੂਕ ਨਾਲ ਗੋਲੀ ਮਾਰਨ ਦਾ ਡਰਾਵਾ ਦਿੱਤਾ ਅਤੇ ਆਖਿਰ ਦੇ ਵਿੱਚ ਉਹਨਾਂ ਡੋਂਕਰਾਂ ਨੇ ਪਤਨੀ ਦੇ ਨਾਲ ਜ਼ਬਰ ਜਨਾਹ ਕੀਤਾ। ਪਤੀ ਕਾਫੀ ਰੌਲਾ ਪਾਉਂਦਾ ਰਿਹਾ ਪਰ ਉਸ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਚੁੱਪ ਕਰਵਾਇਆ ਗਿਆ। ਪਤਨੀ ਨੇ ਵੀ ਕਿਹਾ ਕਿ ਤੁਸੀਂ ਚੁੱਪ ਕਰ ਜਾਓ ਨਹੀਂ ਤਾਂ ਇਹ ਤੁਹਾਨੂੰ ਮਾਰ ਦੇਣਗੇ। ਉਹਨਾਂ ਨੇ ਇਹ ਸਭ ਕਰਕੇ ਉਹਨਾਂ ਦੋਨਾਂ ਨੂੰ ਜੰਗਲ ਦੇ ਵਿੱਚ ਹੀ ਛੱਡ ਦਿੱਤਾ ਕਿ ਹੁਣ ਅਸੀਂ ਤੁਹਾਨੂੰ ਅੱਗੇ ਨਹੀਂ ਲੈ ਕੇ ਜਾਣਾ। ਡੋਂਕਰਾਂ ਦੇ ਪੈਰਾਂ ਦੇ ਨਿਸ਼ਾਨਾਂ ਨੂੰ ਦੇਖਦੇ ਹੋਏ ਉਹ ਪਤੀ ਪਤਨੀ ਉਹਨਾਂ ਦੇ ਮਗਰ ਹੀ ਤੁਰ ਪਏ ਅਤੇ ਕਾਫੀ ਅੱਗੇ ਜਾ ਕੇ ਉਹਨਾਂ ਨੇ ਦੇਖਿਆ ਕਿ ਉਹੀ ਡੋਂਕਰ ਬਾਕੀ ਸਾਰੇ ਬੰਦਿਆਂ ਨੂੰ ਲੈ ਕੇ ਆਰਾਮ ਕਰ ਰਹੇ ਹਨ। ਰਾਤ ਦਾ ਵੇਲਾ ਸੀ ਕਿਉਂਕਿ ਉਹਨਾਂ ਨੇ ਸਵੇਰ ਨੂੰ ਜੰਗਲ ਦਾ ਰਸਤਾ ਤੈਅ ਕਰਨਾ ਸੀ। ਉਸ ਪਤੀ ਨੇ ਗੁੱਸੇ ਦੇ ਵਿੱਚ ਆ ਕੇ ਇੱਕ ਦਰਖਤ ਦੀ ਟਾਹਣੀ ਤੋੜ ਕੇ ਉਸ ਡੋਂਕਰ ਦੇ ਸਿਰ ਵਿੱਚ ਮਾਰ ਕੇ ਉਸ ਨੂੰ ਮਾਰ ਦਿੱਤਾ। ਜਦੋਂ ਇਸ ਗੱਲ ਦਾ ਪਤਾ ਬਾਕੀ ਡੋਂਕਰਾਂ ਨੂੰ ਲੱਗਾ ਤਾਂ ਉਹਨਾਂ ਨੇ ਪਤੀ ਪਤਨੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਬਦਨਸੀਬੀ ਨਾਲ ਉਹ ਦੋਨੋਂ ਲੱਭ ਵੀ ਗਏ। ਡੋਂਕਰਾਂ ਨੇ ਉਹਨਾਂ ਨੂੰ ਬਹੁਤ ਕੁੱਟਿਆ, ਮਾਰਿਆ ਅਤੇ ਜੰਗਲ ਦੇ ਵਿੱਚ ਹੀ ਛੱਡ ਦਿੱਤਾ ਕਿ ਹੁਣ ਤੁਸੀਂ ਇੱਥੇ ਭੁੱਖੇ ਹੀ ਮਰੋ। ਪਰ ਉਸ ਪਤੀ ਪਤਨੀ ਨੇ ਹਿੰਮਤ ਨਹੀਂ ਛੱਡੀ ਤੇ ਫਿਰ ਤੋਂ ਡੋਂਕਰਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਡੋਂਕਰਾਂ ਦੇ ਪੈਰਾਂ ਦੇ ਨਿਸ਼ਾਨਾਂ ਨੂੰ ਫੋਲੋ ਕੀਤਾ ਪਰ ਅੱਗੇ ਇੱਕ ਨਹਿਰ ਸੀ। ਨਹਿਰ ਦੇ ਵਿੱਚ ਪੈਰਾਂ ਦੇ ਨਿਸ਼ਾਨ ਨਹੀਂ ਸੀ ਮਿਲ ਰਹੇ, ਜਿਸ ਕਾਰਨ ਉਹ ਦੋਨੋਂ ਉੱਥੇ ਹੀ ਗੁੰਮ ਗਏ। ਪਤੀ ਨੇ ਫਿਰ ਇੱਕ ਉੱਚੇ ਸੇ ਦਰਖਤ ਦੇ ਉੱਤੇ ਚੜ੍ਹ ਕੇ ਦੇਖਿਆ ਕਿ ਚਲੋ ਮੈਂ ਦੇਖਦਾ ਹਾਂ ਕਿਤੇ ਕੋਈ ਰਸਤਾ ਮਿਲਦਾ ਹੈ। ਜਦੋਂ ਉਹ ਦਰਖਤ ਦੇ ਉੱਤੇ ਚੜ੍ਹ ਕੇ ਦੇਖਿਆ ਤਾਂ ਨਹਿਰ ਤੋਂ ਪਾਰ ਉਹੀ ਡੋਂਕਰ ਬਾਕੀ ਬੰਦਿਆਂ ਨੂੰ ਲੈ ਕੇ ਜਾ ਰਹੇ ਸਨ। ਉਹਨਾਂ ਦੋਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਨਹਿਰ ਨੂੰ ਪਾਰ ਕਰਕੇ ਉਹਨਾਂ ਡੋਂਕਰਾਂ ਦਾ ਪਿੱਛਾ ਕੀਤਾ। ਡੋਂਕਰਾਂ ਨੇ ਉਹਨਾਂ ਬੰਦਿਆਂ ਨੂੰ ਮੈਕਸੀਕੋ ਦੀ ਕੰਧ ਤੱਕ ਪਹੁੰਚਾ ਦਿੱਤਾ, ਮੈਕਸੀਕੋ ਦੇ ਬਾਰਡਰ ਤੱਕ ਪਹੁੰਚਾ ਦਿੱਤਾ ਅਤੇ ਆਪ ਵਾਪਸ ਮੁੜ ਗਏ। ਜਦੋਂ ਉਹ ਵਾਪਸ ਚਲੇ ਗਏ ਤਾਂ ਉਹ ਦੋਨੋਂ ਪਤੀ ਪਤਨੀ ਬਾਕੀ ਬੰਦਿਆਂ ਦੇ ਨਾਲ ਮਿਲ ਗਏ ਤੇ ਸਾਰੇ ਬਹੁਤ ਖੁਸ਼ ਹੋਏ ਕਿ ਤੁਸੀਂ ਜਿੰਦਾ ਹੋ। ਉਹਨਾਂ ਸਾਰਿਆਂ ਨੇ ਮਿਲ ਕੇ ਕੰਧ ਟੱਪੀ ਤੇ ਅਮਰੀਕਾ ਪਹੁੰਚ ਗਏ ਪਰ ਪਤੀ ਪਤਨੀ ਦੋਨੋਂ ਆਰਮੀ ਦੇ ਹੱਥੇ ਚੜ੍ਹ ਗਏ। ਉਹਨਾਂ ਦੇ ਉੱਤੇ ਕੋਰਟ ਕੇਸ ਹੋਇਆ ਤੇ ਉਹਨਾਂ ਨੂੰ ਵਾਪਸ ਇੰਡੀਆ ਡਿਪੋਰਟ ਕਰ ਦਿੱਤਾ ਗਿਆ। ਇੰਡੀਆ ਆ ਕੇ ਜਦੋਂ ਉਹਨਾਂ ਨੇ ਇੰਟਰਵਿਊ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੀ ਸਾਰੀ ਪ੍ਰਾਪਰਟੀ ਵੀ ਵੇਚ ਵੱਟ ਲਈ ਹੈ, ਸਾਰੇ ਪੈਸੇ ਅਮਰੀਕਾ ਜਾਣ ਲਈ ਖਰਾਬ ਕਰ ਦਿੱਤੇ ਹਨ। ਹੁਣ ਸਾਡੇ ਕੋਲ ਆਪਣੀ ਜਾਨ ਨੂੰ ਖਤਮ ਕਰਨ ਤੋਂ ਸਿਵਾ ਕੋਈ ਵੀ ਰਾਹ ਨਹੀਂ ਹੈ। ਅਸੀਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ, ਹਿੰਦੁਸਤਾਨ ਵਾਸੀਆਂ ਨੂੰ ਇਹੀ ਕਹਾਂਗੇ ਕਿ ਜੇਕਰ ਤੁਸੀਂ 40 ਲੱਖ ਲਾ ਕੇ ਅਮਰੀਕਾ ਜਾ ਰਹੇ ਹੋ ਤਾਂ ਉਹੀ 40 ਲੱਖ ਲਾ ਕੇ ਇੱਥੇ ਕੋਈ ਕੰਮ ਕਰ ਲਵੋ, ਨੌਕਰੀ ਕਰ ਲਵੋ, ਪਰ 2 ਰਸਤੇ ਰਾਹੀਂ ਕਿਸੇ ਵੀ ਦੇਸ਼ ਜਾਣ ਦਾ
ਨਿਰਣਾ ਛੱਡ ਦਿਓ, ਨਹੀਂ ਤਾਂ ਸਾਡੇ ਵਾਂਗੂ ਆਪਣੀ ਇੱਜ਼ਤ ਵੀ ਗਵਾ ਲਓਗੇ ਤੇ ਪ੍ਰਾਪਰਟੀ ਵੀ ਗਵਾ ਲਓਗੇ ਤੇ ਮਰਨ ਦੇ ਲਈ ਮਜਬੂਰ ਹੋ ਜਾਵੋਗੇ। ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ। ਨਾਲ ਹੀ ਤਹਿਲਕਾ ਪੰਜਾਬ ਚੈਨਲ ਤੋਂ ਆਉਣ ਵਾਲੀਆਂ ਹੋਰ ਨਵੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਧੰਨਵਾਦ ਜੀ।